ਅੱਜ ਅਸੀਂ ਗੱਲ ਕਰਾਂਗੇ ਮੈਮਰੀਜ਼ ਦੀ। ਸੋ ਮੈਮਰੀਜ਼ ਜਿਹੜੀਆਂ ਨੇ ਕੰਪਿਊਟਰ ਦੇ ਵਿੱਚ ਦੋ ਤਰੀਕੇ ਦੀਆਂ ਹੁੰਦੀਆਂ ਨੇ, ਪ੍ਰਾਇਮਰੀ ਮੈਮਰੀ ਤੇ ਸੈਕੰਡਰੀ ਮੈਮਰੀ। ਜਿਹੜੀ ਪ੍ਰਾਇਮਰੀ ਮੈਮਰੀ ਹੈ ਉਹਨੂੰ ਅਸੀਂ ਮੇਨ ਮੈਮਰੀ ਜਾਂ ਸਿਸਟਮ ਮੈਮਰੀ ਵੀ ਕਹਿ ਦਿੰਦੇ ਹਾਂ, ਕਿਉਂਕਿ ਜਿਹੜੇ ਕੰਪਿਊਟਰ ਦੇ ਵਿੱਚ ਜਿਹੜਾ ਡਾਟਾ ਡਾਇਰੈਕਟਲੀ ਰੀਡ ਕਰਦਾ CPU ਜਾਂ ਪ੍ਰੋਸੈਸਰ, ਉਹ ਪ੍ਰਾਇਮਰੀ ਮੈਮਰੀ ਤੋਂ ਕਰਦਾ ਹੈ। ਜਿਹੜੀਆਂ ਸੈਕੰਡਰੀ ਮੈਮਰੀਜ਼ ਹੁੰਦੀਆਂ ਨੇ ਉਹਨਾਂ ਨੂੰ ਅਸੀਂ ਡਾਟਾ ਨੂੰ ਪਰਮਾਨੈਂਟਲੀ ਸਟੋਰ ਕਰਵਾ ਕੇ ਰੱਖਣ ਵਾਸਤੇ ਯੂਜ਼ ਕਰਦੇ ਹਾਂ, ਇਸ ਕਰਕੇ ਉਹਨਾਂ ਨੂੰ ਸਟੋਰੇਜ ਡਿਵਾਈਸਿਸ ਵੀ ਕਹਿ ਦਿੰਦੇ ਹਾਂ ਜਾਂ ਸਟੋਰੇਜ ਵੀ ਕਹਿ ਦਿੰਦੇ ਹਾਂ। ਸੋ ਪ੍ਰਾਇਮਰੀ ਮੈਮਰੀ ਦੀ ਐਗਜ਼ਾਮਪਲਸ ਜਿਹੜੀਆਂ ਨੇ ਉਹ ਰੈਮ ਤੇ ਰੋਮ ਨੇ, ਇਹ ਦੋਨੋਂ ਹੀ ਜਿਹੜੀਆਂ ਨੇ ਇਲੈਕਟ੍ਰੋਨਿਕ ਮੈਮਰੀਜ਼ ਨੇ। ਤੇ ਜਿਹੜੀਆਂ ਸੈਕੰਡਰੀ ਮੈਮਰੀਜ਼ ਹੁੰਦੀਆਂ ਨੇ ਉਹਨਾਂ ਦੀ ਐਗਜ਼ਾਮਪਲ ਹਾਰਡ ਡਿਸਕ, CD, DVDs ਐਕਸੈਟਰਾ ਜਿਹੜੀਆਂ ਨੇ, ਇਹ ਇਲੈਕਟ੍ਰੋਨਿਕ ਮੈਮਰੀਜ਼ ਨਹੀਂ ਹੈਗੀਆਂ ਨੇ। ਠੀਕ ਹੈ ਨੇ। ਹਾਰਡ ਡਿਸਕ ਜਿਹੜੀ ਹੈ ਉਹ ਮੈਗਨੈਟਿਕ ਮੈਮਰੀ ਹੈ, ਤੇ ਜਿਹੜੀ ਤੁਹਾਡੀ CD ਜਾਂ DVD ਉਹ ਆਪਟੀਕਲ ਮੈਮਰੀਜ਼ ਨੇ। ਠੀਕ ਹੈ ਨਾ। ਅਲੱਗ-ਅਲੱਗ ਟੈਕਨੋਲੋਜੀਜ਼ ਯੂਜ਼ ਹੁੰਦੀਆਂ ਨੇ ਸੈਕੰਡਰੀ ਮੈਮਰੀਜ਼ ਦੇ ਵਾਸਤੇ, ਪਰ ਪ੍ਰਾਇਮਰੀ ਮੈਮਰੀ ਜਿਹੜੀਆਂ ਰੈਮ ਤੇ ਰੋਮ ਨੇ, ਇਹ ਦੋਨੋਂ ਹੀ ਜਿਹੜੀਆਂ ਨੇ ਇਲੈਕਟ੍ਰੋਨਿਕ ਮੈਮਰੀਜ਼ ਨੇ। ਜਿਹੜੀ ਪ੍ਰਾਇਮਰੀ ਮੈਮਰੀ ਹੈ ਉਹ ਡਾਇਰੈਕਟਲੀ ਮਦਰਬੋਰਡ ਦੇ ਨਾਲ ਕਨੈਕਟ ਹੁੰਦੀ ਹੈ, CPU ਦੇ ਬਿਲਕੁਲ ਕਲੋਜ਼ ਹੁੰਦੀ ਹੈ, ਇਸ ਕਰਕੇ ਉਹ ਤੋਂ ਡਾਟਾ ਜਿਹੜਾ ਹੈ ਉਹ CPU ਬਹੁਤ ਜਲਦੀ ਰੀਡ ਕਰ ਲੈਂਦਾ ਹੈ। ਤੇ ਜਿਹੜੀਆਂ ਪ੍ਰਾਇਮਰੀ ਮੈਮਰੀਜ਼ ਹੁੰਦੀਆਂ ਨੇ ਉਹ ਫਾਸਟ ਤੇ ਹੁੰਦੀਆਂ ਨੇ, ਉਹਨਾਂ ਦਾ ਡਾਟਾ ਜਿਹੜਾ ਬਹੁਤ ਛੇਤੀ ਟ੍ਰਾਂਸਫਰ ਹੁੰਦੀ ਹੈ, ਡਾਟਾ ਟ੍ਰਾਂਸਫਰ ਰੇਟ ਜ਼ਿਆਦਾ ਹੁੰਦਾ ਹੈ। ਪਰ ਮੈਮਰੀ ਜਿਹੜੀਆਂ ਨੇ ਇਹ ਮਹਿੰਗੀਆਂ ਹੁੰਦੀਆਂ ਨੇ ਜੇ ਅਸੀਂ ਇਹਨਾਂ ਨੂੰ ਕੰਪੇਅਰ ਕਰੀਏ ਸੈਕੰਡਰੀ ਮੈਮਰੀਜ਼ ਦੇ ਨਾਲ। ਜਿਹੜੀਆਂ ਸੈਕੰਡਰੀ ਮੈਮਰੀਜ਼ ਨੇ ਇਹਨਾਂ ਦੀ ਜਿਹੜੀ ਕਾਸਟ ਹੈ ਉਹ ਰਿਲੇਟਿਵਲੀ ਘੱਟ ਹੈ। ਪ੍ਰਾਇਮਰੀ ਮੈਮਰੀਜ਼ ਇਹ ਸਸਤੀਆਂ ਹੁੰਦੀਆਂ ਨੇ ਤੇ ਇਹਨਾਂ ਦੀ ਸਟੋਰੇਜ ਕੈਪੈਸਿਟੀ ਇਸ ਕਰਕੇ ਜ਼ਿਆਦਾ ਹੁੰਦੀ, ਕਿਉਂਕਿ ਜੇ ਸਸਤੀ ਮੈਮਰੀ ਹੈ ਤਾਂ ਉਹਨੂੰ ਅਸੀਂ ਜ਼ਿਆਦਾ ਸਟੋਰੇਜ ਕੈਪੈਸਿਟੀ ਦੇ ਵਿੱਚ ਖਰੀਦ ਸਕਦੇ ਹਾਂ। ਜਿੰਨੀ ਮੈਮਰੀ ਮਹਿੰਗੀ ਹੋਏਗੀ ਉਨੀ ਸਾਨੂੰ ਘੱਟ ਸਟੋਰੇਜ ਕੈਪੈਸਿਟੀ ਨਾਲ ਖਰੀਦਣੀ ਪਏਗੀ, ਇਸ ਕਰਕੇ ਇਹਨਾਂ ਦੇ ਵਿੱਚ ਅਸੀਂ ਜ਼ਿਆਦਾ ਸਟੋਰੇਜ ਕੈਪੈਸਿਟੀ ਲੈ ਲੈਂਦੇ। ਜਿੱਦਾਂ ਹਾਰਡ ਡਿਸਕ ਹੈ ਸਾਡੀ, ਅਸੀਂ 1000 GB 1 TB ਜਿਹਨੂੰ ਅਸੀਂ ਕਹਿ ਦਿੰਦੇ ਹਾਂ, ਉਹ ਆਸਾਨੀ ਦੇ ਨਾਲ ਜਿਹੜੀ ਹੈ ਉਹ ਅਵੇਲੇਬਲ ਹੈਗੀ PCs ਦੇ ਵਿੱਚ। ਜਦਕਿ ਜਿਹੜੀ ਤੁਹਾਡੀ ਰੈਮ ਹੈਗੀ ਹੈ ਉਹ ਤੁਹਾਡੀ ਮੋਸਟਲੀ 4 GB ਜਾਂ 8 GB ਤੱਕ ਤੁਹਾਨੂੰ ਮਿਲੇਗੀ। ਜਿਹੜੇ ਤੁਹਾਡੀਆਂ ਇਲੈਕਟ੍ਰੋਨਿਕ ਮੈਮਰੀਜ਼ ਨੇ ਉਹਨਾਂ ਦੇ ਵਿੱਚ ਅੱਗੇ ਦੋ ਤਰੀਕੇ ਦੀਆਂ ਟਰਮਸ ਆਉਂਦੀਆਂ ਨੇ, ਵੋਲੇਟਾਈਲ ਤੇ ਨੋਨ ਵੋਲੇਟਾਈਲ ਮੈਮਰੀਜ਼। ਜਿਹੜੀਆਂ ਵੋਲੇਟਾਈਲ ਮੈਮਰੀਜ਼ ਹੁੰਦੀਆਂ ਨੇ ਉਹ ਵਾਲੀਆਂ ਮੈਮਰੀਜ਼ ਨੇ ਜਿਹੜੀਆਂ ਡਾਟਾ ਲੂਜ਼ ਕਰ ਲੈਂਦੀਆਂ ਨੇ ਕੁਝ ਟਾਈਮ ਤੋਂ ਬਾਅਦ। ਸੋ ਉਹਨਾਂ ਦੇ ਵਿੱਚ ਤੁਸੀਂ ਡਾਟਾ ਸਟੋਰ ਕਰਵਾ ਕੇ ਰੱਖੋਗੇ ਤੇ ਡਾਟਾ ਜਿਹੜਾ ਹੈ ਉਹ ਥੋੜੀ ਦੇਰ ਬਾਅਦ ਹੌਲੀ ਹੌਲੀ ਵਿੱਚੋਂ ਡਾਟਾ ਜਿਹੜਾ ਵਾ ਵੈਪੋਰੇਟ ਕਰਨਾ ਸ਼ੁਰੂ ਹੋ ਜਾਂਦਾ, ਡਾਟਾ ਲੂਜ਼ ਹੋਣਾ ਸ਼ੁਰੂ ਹੋ ਜਾਂਦਾ ਹੈ। ਜਿਹੜੀਆਂ ਨੋਨ ਵੋਲੇਟਾਈਲ ਮੈਮਰੀਜ਼ ਨੇ ਇਹਨਾਂ ਨੂੰ ਜਿੰਨਾ ਚਿਰ ਤੱਕ ਪਾਵਰ ਸਪਲਾਈ ਜਿਹੜੀ ਹੈ ਉਹ ਰਹਿੰਦੀ ਹੈ ਉਹਨਾਂ ਚਿਰ ਤੱਕ ਇਹਨਾਂ ਵਿੱਚੋਂ ਡਾਟਾ ਜਿਹੜਾ ਵਾ ਉਹ ਨਹੀਂ ਉੱਡਦਾ ਹੈਗਾ। ਠੀਕ ਹੈ ਜੀ। ਇਹ ਪਰਮਾਨੈਂਟਲੀ ਜਿਹੜਾ ਡਾਟਾ ਸਟੋਰ ਕਰਕੇ ਰੱਖਦੀਆਂ ਨੇ। ਜਿਹੜੀਆਂ ਵੋਲੇਟਾਈਲ ਮੈਮਰੀਜ਼ ਨੇ ਉਹਨਾਂ ਦੀ ਐਗਜ਼ਾਮਪਲ ਹੈਗੀ ਹੈ ਰੈਮ, ਤੇ ਜਿਹੜੀ ਨੋਨ ਵੋਲੇਟਾਈਲ ਹੈ ਉਹਨਾਂ ਦੀ ਐਗਜ਼ਾਮਪਲ ਤੁਸੀਂ ਰੋਮ ਲੈ ਸਕਦੇ ਹੋ। ਜਿਹੜੀ ਰੈਮ ਨੇ, ਰੈਮ ਦੀ ਫੁੱਲ ਫਾਰਮ ਜਿਹੜੀ ਆ ਉਹ ਰੈਂਡਮ ਐਕਸੈਸ ਮੈਮਰੀ ਹੈ। ਠੀਕ ਹੈ ਜੀ। ਇਹ ਵੋਲੇਟਾਈਲ ਮੈਮਰੀ ਹੁੰਦੀਆਂ ਨੇ ਰੈਮ ਜਿਹੜੀਆਂ ਨੇ। ਤੇ ਰੈਮ ਜਿਹੜੀ ਹੈ ਉਹਨੂੰ ਰੈਂਡਮ ਐਕਸੈਸ ਮੈਮਰੀ ਇਸ ਕਰਕੇ ਕਹਿੰਦੇ ਕਿਉਂਕਿ ਜਿਹਦੇ ਵਿੱਚ ਡਾਟਾ ਐਕਸੈਸ ਕੀਤਾ ਜਾਂਦਾ ਉਹ ਰੈਂਡਮਲੀ ਕੀਤਾ ਜਾਂਦਾ, ਮਤਲਬ ਸੀਕੁਐਂਸ਼ੀਅਲ ਐਕਸੈਸ ਨਹੀਂ ਹੈਗੀ, ਜਿਸ ਤਰ੍ਹਾਂ ਕਿ ਸਾਡੀਆਂ ਸੈਕੰਡਰੀ ਸਟੋਰੇਜ ਡਿਵਾਈਸਿਸ ਹੈਗੀਆਂ ਨੇ, ਜਿਸ ਤਰ੍ਹਾਂ ਹਾਰਡ ਡਿਸਕ ਹੋ ਗਈ ਜਾਂ ਤੁਹਾਡੀ CD ਜਾਂ DVD ਹੋ ਗਈਆਂ। ਇਹਨਾਂ ਦੇ ਵਿੱਚ ਸੀਕੁਐਂਸ਼ੀਅਲ ਐਕਸੈਸ ਹੁੰਦੀ ਹੈ। ਜਿਹੜੀ ਇਲੈਕਟ੍ਰੋਨਿਕ ਮੈਮਰੀਜ਼ ਨੇ ਇਹਨਾਂ ਦੇ ਵਿੱਚ ਰੈਂਡਮ ਐਕਸੈਸ ਹੁੰਦੀ ਹੈ, ਇਸ ਕਰਕੇ ਜਿਹੜੀ ਰੈਮ ਹੈ ਉਹਦਾ ਨੂੰ ਅਸੀਂ ਰੈਂਡਮ ਐਕਸੈਸ ਮੈਮਰੀ ਕਹਿੰਦੇ ਹਾਂ। ਜਦੋਂ ਵੀ ਅਸੀਂ ਕੰਪਿਊਟਰ ਔਨ ਕਰਦੇ ਹਾਂ ਤੇ ਜਿਹੜਾ ਸਾਡਾ ਆਪਰੇਟਿੰਗ ਸਿਸਟਮ ਹੈਗਾ ਹੈ ਉਹ ਸਭ ਤੋਂ ਪਹਿਲਾਂ ਰੈਮ ਦੇ ਵਿੱਚ ਹੀ ਲੋਡ ਕੀਤਾ ਜਾਂਦਾ ਹੈ, ਤੇ ਉਸ ਤੋਂ ਬਾਅਦ ਸਾਡਾ ਆਪਰੇਟਿੰਗ ਸਿਸਟਮ ਜਦੋਂ ਰੈਮ 'ਚ ਲੋਡ ਹੁੰਦਾ ਫਿਰ ਹੀ ਸਾਡਾ ਕੰਪਿਊਟਰ ਜਿਹੜਾ ਵਾ ਉਹ ਚੱਲਣਾ ਸ਼ੁਰੂ ਕਰਦਾ। CPU ਸਾਡਾ ਜਿਹੜਾ ਉਹ ਡਾਇਰੈਕਟਲੀ ਰੈਮ ਤੋਂ ਹੀ ਡਾਟਾ ਰੀਡ ਕਰਦਾ ਹੈ। ਜਿਹੜੀ ਰੈਂਡਮ ਐਕਸੈਸ ਮੈਮਰੀ ਜਾਂ ਰੈਮ ਜਿਹੜੀ ਹੈ ਉਹਦੇ ਤੁਹਾਨੂੰ ਬਲੌਕ ਡਾਇਗਰਾਮ ਜਿਹੜੀ ਹੈ ਉਹ ਤੁਸੀਂ ਦੇਖ ਸਕਦੇ ਹੋ। ਸੋ ਇਹ ਜਿਹੜੀ ਐਗਜ਼ਾਮਪਲ ਹੈ ਇਹਦੇ ਵਿੱਚ ਜਿਹੜੀ ਰੈਮ ਦਾ ਸਾਈਜ਼ ਹੈ ਉਹ ਛੋਟੀ ਸਾਈਜ਼ ਦਾ ਰੈਮ ਹੈਗੀ ਹੈ, ਉਹ 512x8 ਸਾਈਜ਼ ਦੀ ਰੈਮ ਹੈ। ਸੋ ਜਿਹੜੀ 8 ਹੈਗੀ ਹੈ ਉਹ ਉਹਦੀ ਡਾਟਾ ਬਿਟਸ ਹੈਗੀਆਂ ਨੇ। ਠੀਕ ਹੈ ਨੇ। 8 ਬਿਟ ਡਾਟਾ ਹੈ ਤਾਂ 512 ਜਿਹੜੇ ਨੇ ਉਹਦੇ ਵਿੱਚ ਮੈਮਰੀ ਵਰਡਸ ਹੈਗੇ ਨੇ। ਸੋ ਮੈਮਰੀ ਵਰਡਸ ਕੀ ਹੈ ਤੇ ਕਿੰਨੇ ਬਿਟ ਦਾ ਡਾਟਾ ਤੇ ਕਿੰਨੇ ਬਿਟ ਦਾ ਐਡਰੈਸ ਅਟੈਚ ਹੋਏਗਾ ਇਹ ਆਪਾਂ ਅਗਲੀ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ। ਸੋ ਐਡਰੈਸ ਸਪੈਸੀਫਾਈ ਕਰਨ ਵਾਸਤੇ ਜਿਹੜੀ ਅਸੀਂ ਇਹਨਾਂ ਨੂੰ ਇਨਪੁਟਸ ਲਗਾਉਂਦੇ ਹਾਂ ਉਹ ਤੁਹਾਡੀ 9 ਬਿਟ ਐਡਰੈਸ ਬਸ ਹੋਗੀ ਤੁਹਾਡੀ। ਜਿਹੜਾ ਡਾਟਾ ਰੀਡ ਕਰਨ ਵਾਸਤੇ ਜਾਂ ਡਾਟਾ ਰਾਈਟ ਕਰਨ ਵਾਸਤੇ ਅਸੀਂ ਯੂਜ਼ ਕਰਦੇ ਹਾਂ ਉਹ ਤੁਹਾਡੀ ਡਾਟਾ ਬਿਟਸ ਹੋ ਗਈਆਂ ਰੈਮ ਦੀਆਂ। ਇੱਕ ਇਹਦੇ ਵਿੱਚ ਚਿਪ ਸਿਲੈਕਟ ਤੇ ਰੀਡ ਰਾਈਟ ਇਨਪੁਟ ਲੱਗੀ ਹੋਈ ਹੈ। ਚਿਪ ਸਿਲੈਕਟ ਮੈਮਰੀ ਨੂੰ ਦੀ ਚਿਪ ਨੂੰ ਸਿਲੈਕਟ ਕਰਨ ਵਾਸਤੇ ਯੂਜ਼ ਅਸੀਂ ਕਰਦੇ ਹਾਂ, ਤੇ ਰੀਡ ਤੇ ਰਾਈਟ ਆਪਰੇਸ਼ਨ ਨੂੰ ਸਪੈਸੀਫਾਈ ਕਰਨ ਵਾਸਤੇ ਅਸੀਂ ਰੀਡ ਰਾਈਟ ਇਨਪੁਟ ਜਿਹੜੀ ਹੈ ਉਹ ਯੂਜ਼ ਕਰਦੇ ਹਾਂ। ਜਿਹੜੀਆਂ ਰੈਂਡਮ ਐਕਸੈਸ ਮੈਮਰੀਜ਼ ਰੈਮਸ ਨੇ ਇਹ ਦੋ ਤਰੀਕੇ ਦੀਆਂ ਹੁੰਦੀਆਂ ਨੇ, ਸਟੈਟਿਕ ਤੇ ਡਾਇਨਾਮਿਕ ਰੈਮ ਹੁੰਦੀਆਂ ਨੇ। ਠੀਕ ਹੈ ਜੀ। ਜਿਹੜੀ ਸਟੈਟਿਕ ਰੈਮ ਹੁੰਦੀ ਹੈ
ਇਹਦੇ ਵਿੱਚ ਜਿਹੜਾ ਡਾਟਾ ਆ ਉਹ ਜਿੰਨਾ ਚਿਰ ਤੱਕ ਤੁਸੀਂ ਪਾਵਰ ਸਪਲਾਈ ਕਰਕੇ ਰੱਖਦੇ ਹੋ ਉਹਨਾਂ ਚਿਰ ਤੱਕ ਡਾਟਾ ਜਿਹੜੀ ਹੈ ਰਿਟੇਨ ਕਰਕੇ ਰੱਖਦੀ ਹੈ। ਸੋ ਜਦੋਂ ਤੁਸੀਂ ਪਾਵਰ ਆਫ ਕਰ ਦਿੰਦੇ ਹੋ ਤਾਂ ਫਿਰ ਇਹਦੇ ਵਿੱਚੋਂ ਡਾਟਾ ਜਿਹੜਾ ਵਾ ਉਹ ਉੱਡ ਜਾਂਦਾ ਹੈ। ਇਸ ਕਰਕੇ ਇਹ ਵੋਲੇਟਾਈਲ ਮੈਮਰੀ ਦੀ ਟਾਈਪ ਵਿੱਚ ਹੀ ਆਉਂਦੀ ਹੈ। ਪਰ ਇਹਦੇ ਵਿੱਚ ਜਿਹੜਾ ਡਾਟਾ ਆ ਉਹ ਜਿੰਨਾ ਚਿਰ ਤੱਕ ਪਾਵਰ ਤੁਸੀਂ ਔਨ ਰੱਖਦੇ ਹੋ ਡਾਟਾ ਉਹਨਾਂ ਚਿਰ ਤੱਕ ਵੈਪੋਰੇਟ ਨਹੀਂ ਕਰਦਾ। ਇਸ ਕਰਕੇ ਇਹ ਸਟੈਟਿਕਲੀ ਡਾਟਾ ਹੋਲਡ ਕਰਕੇ ਰੱਖਦੀ, ਇਸ ਕਰਕੇ ਇਹਨੂੰ ਸਟੈਟਿਕ ਰੈਮ ਕਹਿੰਦੇ ਨੇ। ਇਹਦੇ ਵਿੱਚ ਰਿਫਰੈਸ਼ਿੰਗ ਦੀ ਜ਼ਰੂਰਤ ਨਹੀਂ ਹੁੰਦੀ। ਜਿਹੜੀ SRAM ਹੈ, ਸਟੈਟਿਕ ਰੈਮ ਹੈ, ਕਿਉਂਕਿ ਇਹਦੇ ਵਿੱਚ ਡਾਟਾ ਨੂੰ ਰੀਫਰੈਸ਼ ਕਰਨ ਦੀ ਲੋੜ ਨਹੀਂ ਪੈਂਦੀ। ਠੀਕ ਹੈ ਜੀ। ਤਾਂ ਇਸ ਕਰਕੇ ਇਹਦੀ ਜਿਹੜੀ ਡਾਟਾ ਦੀ ਐਕਸੈਸ ਸਪੀਡ ਹੈਗੀ ਹੈ ਉਹ ਕਾਫੀ ਰਿਲੇਟਿਵਲੀ ਫਾਸਟ ਹੁੰਦੀ ਹੈ ਡਾਇਨਮਿਕ ਰੈਮ ਦੇ। ਸੋ ਜੇ ਤੁਸੀਂ ਡਾਇਨਮਿਕ ਰੈਮ ਦੇਖੋਗੇ, ਡਾਇਨਮਿਕ ਰੈਮ ਦੇ ਵਿੱਚ ਡਾਟਾ ਜਿਹੜਾ ਵਾ ਉਹ ਰੀਫਰੈਸ਼ ਕਰਨ ਦੀ ਜ਼ਰੂਰਤ ਪੈਂਦੀ ਹੈ, ਤੇ ਜਿਹੜੀ ਸਾਡੀ SRAM ਹੈ ਉਹਦੇ ਵਿੱਚ ਡਾਟਾ ਰੀਫਰੈਸ਼ ਕਰਨ ਦੀ ਜ਼ਰੂਰਤ ਨਹੀਂ ਪੈਂਦੀ ਗੀ। ਹੁਣ ਡਾਟਾ ਰੀਫਰੈਸ਼ ਕਰਨ ਦਾ ਮਤਲਬ ਕੀ ਹੈਗਾ ਹੈ, ਅਸੀਂ ਡਾਇਨਮਿਕ ਰੈਮ ਜਦੋਂ ਡਿਸਕਸ ਕਰਾਂਗੇ ਤਾਂ ਤੁਹਾਨੂੰ ਮੈਂ ਜ਼ਿਆਦਾ ਡਿਟੇਲ 'ਚ ਸਮਝਾਵਾਂਗਾ। ਜਿਹੜਾ ਇਹਦਾ ਐਕਸੈਸ ਟਾਈਮ ਹੈ ਉਹ ਤਕਰੀਬਨ 10 ਨੈਨੋ ਸੈਕਿੰਡਸ ਦੇ ਲੱਗ ਚਾਗੇ ਹੋਏਗਾ। ਜਿਹੜਾ ਡਾਇਨਮਿਕ ਰੈਮ 'ਚ ਨੇ ਉਹਨਾਂ ਦੇ ਇਹਦੇ ਨਾਲੋਂ ਕਾਫੀ ਵੱਧ ਹੁੰਦਾ ਹੈ ਐਕਸੈਸ ਟਾਈਮ। ਸੋ ਐਕਸੈਸ ਟਾਈਮ ਬੇਸਿਕਲੀ ਕੀ ਹੈਗਾ ਕਿ ਡਾਟਾ ਨੂੰ ਰੀਡ ਕਰਨ ਲੱਗਿਆ ਜਿੰਨਾ ਸਾਨੂੰ ਮੈਮਰੀ ਦੇ ਵਿੱਚ ਇਨਪੁਟ ਐਡਰੈਸ ਲਗਾ ਕੇ ਉਸ ਤੋਂ ਬਾਅਦ ਜਿੰਨਾ ਚਿਰ ਤੱਕ ਸਾਨੂੰ ਡਾਟਾ ਮਿਲਦਾ ਹੈ ਉਹ ਜਿਹੜਾ ਟਾਈਮ ਸਪੈਂਡ ਹੀ ਕਰਦੇ ਉਹਨੂੰ ਐਕਸੈਸ ਟਾਈਮ ਕਹਿੰਦੇ। ਜਿੰਨਾ ਐਕਸੈਸ ਟਾਈਮ ਮੈਮਰੀ ਦਾ ਘੱਟ ਹੋਏਗਾ ਉਨੀ ਮੈਮਰੀ ਤੋਂ ਅਸੀਂ ਡਾਟਾ ਛੇਤੀ ਰੀਡ ਕਰ ਸਕਦੇ ਹਾਂ। ਜਿਹੜੀ ਡਾਇਨਮਿਕ ਰੈਮ ਹੈਗੀ ਹੈ, ਡਾਇਨਮਿਕ ਰੈਮ ਦੇ ਵਿੱਚ ਜਿਹੜਾ ਡਾਟਾ ਹੈ ਉਹ ਆਟੋਮੈਟਿਕਲੀ ਭਾਵੇਂ ਪਾਵਰ ਸਪਲਾਈ ਔਨ ਹੋਵੇ ਵੀ ਤਾਂ ਵੀ ਡਾਟਾ ਜਿਹੜਾ ਹੌਲੀ ਹੌਲੀ ਲੂਜ਼ ਕਰਨਾ ਸ਼ੁਰੂ ਕਰ ਦਿੰਦੀਆਂ ਨੇ ਡਾਇਨਮਿਕ ਰੈਮਸ। ਸੋ ਇਸ ਕਰਕੇ ਇਹਨਾਂ ਨੂੰ ਕੀ ਕਰਨਾ ਪੈਂਦਾ ਹੈ ਕਿ ਸਾਨੂੰ ਡਾਟਾ ਜਿਹੜਾ ਬਾਰ-ਬਾਰ ਰੀਫਰੈਸ਼ ਕਰਨਾ ਪੈਂਦਾ। ਠੀਕ ਹੈ ਜੀ। ਸੋ ਇਹ ਡਾਟਾ ਰੀਫਰੈਸ਼ ਕਰਨ ਕਰਕੇ ਸਾਡਾ ਜਿਹੜਾ ਇਹਦਾ ਐਕਸੈਸ ਟਾਈਮ ਜਿਹੜਾ ਵੱਧ ਜਾਂਦਾ ਹੈ, ਕਿਉਂਕਿ ਸਾਡਾ ਕੁਝ ਟਾਈਮ ਜਿਹੜਾ ਡਾਟਾ ਨੂੰ ਰੀਫਰੈਸ਼ ਕਰਨ ਦੇ ਉੱਤੇ ਵੇਸਟ ਹੋ ਜਾਂਦਾ ਹੈ। ਸੋ ਉਹਦਾ ਡਾਟਾ ਨੂੰ ਰੀਫਰੈਸ਼ ਕਰਨ ਦੀ ਜ਼ਰੂਰਤ ਇਸ ਕਰਕੇ ਪੈਂਦੀ ਹੈ ਕਿਉਂਕਿ ਜਿਹੜੀ DRAM ਦੇ ਵਿੱਚ ਮੈਮਰੀ ਸੈਲਸ ਅਸੀਂ ਯੂਜ਼ ਕਰਦੇ ਹਾਂ ਉਹਨਾਂ ਵਿੱਚ ਟਰਾਂਜ਼ਿਸਟਰਸ ਤੇ ਕੈਪੈਸੀਟਰਸ ਯੂਜ਼ ਹੁੰਦੇ ਨੇ। ਸੋ ਜਿਹੜੇ ਕੈਪੈਸੀਟਰਸ ਨੇ ਉਹਨਾਂ ਵਿੱਚੋਂ ਜਿਹੜਾ ਡਾਟਾ ਸਟੋਰ ਹੀ ਕਰਦੇ ਆ ਉਹ ਇਲੈਕਟ੍ਰਿਕ ਚਾਰਜ ਜਿਹੜਾ ਹੁੰਦਾ ਹੈ ਉਹ ਹੌਲੀ ਹੌਲੀ ਜਿਹੜਾ ਹੈ ਉਹ ਚਾਰਜ ਜਿਹੜਾ ਉਹ ਲੂਜ਼ ਕਰਨਾ ਸ਼ੁਰੂ ਕਰ ਦਿੰਦਾ। ਇਸ ਕਰਕੇ ਜਿਹੜਾ ਹੈ ਉਹਨੂੰ ਅਸੀਂ ਰੀਫਰੈਸ਼ ਕਰਨਾ ਪੈਂਦਾ, ਰੀਚਾਰਜ ਕਰਨਾ ਪੈਂਦਾ ਕੈਪੈਸੀਟਰ ਨੂੰ, ਉਹਨੂੰ ਅਸੀਂ ਰੀਫਰੈਸ਼ਿੰਗ ਕਹਿੰਦੇ ਹਾਂ। ਸੋ ਰੀਫਰੈਸ਼ਿੰਗ ਦੇ ਕਾਰਨ ਜਿਹੜਾ ਹੈ DRAMs ਜਿਹੜੀਆਂ ਨੇ ਸਟੈਟਿਕ ਰੈਮਸ ਨਾਲੋਂ SRAMs ਨਾਲੋਂ ਥੋੜ੍ਹੀਆਂ ਜਿਹੀਆਂ ਸਲੋ ਹੁੰਦੀਆਂ ਨੇ। ਜਿਹੜੀਆਂ ਰੋਮ ਹੁੰਦੀਆਂ ਨੇ ਉਹਨਾਂ ਨੂੰ ਅਸੀਂ ਕਹਿੰਦੇ ਰੀਡ ਓਨਲੀ ਮੈਮਰੀਜ਼, ਕਿਉਂਕਿ ਇਹਦੇ ਵਿੱਚ ਅਸੀਂ ਡਾਟਾ ਸਿਰਫ ਪਰਮਾਨੈਂਟਲੀ ਸਟੋਰ ਕਰਕੇ ਰੱਖਦੇ ਹਾਂ ਸਿਰਫ ਰੀਡ ਕਰਨ ਵਾਸਤੇ। ਇਹਦੇ ਵਿੱਚ ਡਾਟਾ ਅਸੀਂ ਰਾਈਟ ਨਹੀਂ ਕਰ ਸਕਦੇ ਬਾਅਦ ਵਿੱਚ। ਇਸ ਕਰਕੇ ਕਿਉਂਕਿ ਇਹਦੇ ਵਿੱਚ ਡਾਟਾ ਅਸੀਂ ਬਾਰ-ਬਾਰ ਚੇਂਜ ਨਹੀਂ ਕਰ ਸਕਦੇ, ਇੱਕ ਵਾਰੀ ਹੀ ਇਹਦੇ ਵਿੱਚ ਡਾਟਾ ਸਟੋਰ ਅਸੀਂ ਕਰਦੇ ਹਾਂ। ਸੋ ਇਸ ਕਰਕੇ ਇਹਦੇ ਵਿੱਚ ਉਸ ਤਰੀਕੇ ਦਾ ਡਾਟਾ ਹੀ ਅਸੀਂ ਸਟੋਰ ਕਰਵਾਉਂਦੇ ਹਾਂ ਜਿਹੜਾ ਬਾਰ-ਬਾਰ ਚੇਂਜ ਨਾ ਹੋਣ ਵਾਲਾ ਹੋਵੇ। ਸੋ ਇਹੋ ਜਿਹਾ ਡਾਟਾ ਜਿਹੜਾ ਉਹ ਯੂਜੂਲੀ ਬਹੁਤ ਘੱਟ ਹੁੰਦਾ ਹੈ, ਤੇ ਇਸ ਕਰਕੇ ਰੋਮ ਦੀ ਜਿਹੜੀ ਕੈਪੈਸਿਟੀ ਹੁੰਦੀ, ਸਟੋਰੇਜ ਕੈਪੈਸਿਟੀ ਯੂਜੂਲੀ ਬਹੁਤ ਘੱਟ ਹੁੰਦੀ ਹੈ। ਰੋਮ ਜਿਹੜੀਆਂ ਨੇ ਜ਼ਿਆਦਾਤਰ ਕੰਪਿਊਟਰ ਦੀ ਬਾਇਓਸ ਚਿਪਸ ਵਾਸਤੇ ਯੂਜ਼ ਹੁੰਦੀਆਂ ਨੇ, ਫਰਮਵੇਅਰ ਪਰਪਸਿਸ ਵਾਸਤੇ ਯੂਜ਼ ਹੁੰਦੀਆਂ ਨੇ। ਫਰਮਵੇਅਰ ਜਿਹੜੀਆਂ ਨੇ ਅਸੀਂ ਉਹਨਾਂ ਨੂੰ ਕਹਿੰਦੇ ਆ ਜਿਹੜੇ ਸੌਫਟਵੇਅਰ ਕਹਿ ਲਓ, ਤੁਸੀਂ ਕਹਿ ਸਕਦੇ ਹੋ ਕਿ ਕੁਝ ਪ੍ਰੋਗਰਾਮਸ ਜਿਹੜੇ ਹਾਰਡਵੇਅਰ ਦੇ ਵਿੱਚ ਇੰਬੈਡਡ ਹੁੰਦੇ ਨੇ, ਸੋ ਉਹਨਾਂ ਨੂੰ ਅਸੀਂ ਫਰਮਵੇਅਰ ਕਹਿ ਦਿੰਦੇ ਹਾਂ। ਸੋ ਜਿੱਦਾਂ ਤੁਹਾਡੇ ਮਾਈਕ੍ਰੋਵੇਵਸ ਜਾਂ ਕੋਈ ਹੋਰ ਇਲੈਕਟ੍ਰੋਨਿਕ ਡਿਵਾਈਸਿਸ ਜਿਨ੍ਹਾਂ ਵਿੱਚ ਜ਼ਿਆਦਾ ਫੰਕਸ਼ਨੈਲਿਟੀ ਨਾ ਹੋਵੇ, ਉਹੋ ਜਿਹੇ ਪ੍ਰੋਗਰਾਮ ਜਿਹੜੇ ਅਸੀਂ ਰੋਮ ਚਿਪਸ ਦੇ ਵਿੱਚ ਇੰਬੈਡ ਕਰਕੇ ਸਟੋਰ ਕਰਵਾ ਕੇ ਰੱਖ ਲੈਂਦੇ ਹਾਂ। ਸੋ ਜਿਹੜੀਆਂ ਮੇਨ ਇਹਨਾਂ ਦਾ ਜਿਹੜਾ ਯੂਜ਼ ਹੈ ਉਹ ਕੰਪਿਊਟਰ ਦੇ ਵਿੱਚ ਜਿਹੜਾ ਉਹ ਬਾਇਓਸ ਚਿਪ ਵਿੱਚ ਯੂਜ਼ ਹੁੰਦਾ ਹੈ। ਬਾਕੀ ਹੋਰ ਇਲੈਕਟ੍ਰੋਨਿਕ ਡਿਵਾਈਸਿਸ ਦੇ ਵਿੱਚ ਜਿਹੜੇ ਨੇ ਅੱਜ ਕੱਲ੍ਹ ਉਹ ਵੀ ਰੋਮ ਚਿਪਸ ਜਿਹੜੀਆਂ ਨੇ ਯੂਜ਼ ਹੁੰਦੀਆਂ ਨੇ। ਸੋ ਰੋਮ ਦੀ ਜਿਹੜੀ ਬਲੌਕ ਡਾਇਗਰਾਮ ਹੈ ਉਹ ਤੁਸੀਂ ਦੇਖ ਸਕਦੇ ਹੋ ਕਿ ਉਹਦੇ ਵਿੱਚ ਅਸੀਂ ਰੀਡ ਰਾਈਟ ਵਾਲੀ ਇਨਪੁਟ ਜਿਹੜੀ ਆ ਉਹ ਹਟਾ ਦਿੱਤੀ ਹੈ, ਕਿਉਂਕਿ ਰੀਡ ਰਾਈਟ ਵਾਲੀ ਇਹਦੇ ਵਿੱਚ ਦੱਸਣ ਦੀ ਲੋੜ ਨਹੀਂ, ਕਿਉਂਕਿ ਰੀਡ ਓਨਲੀ ਮੈਮਰੀ ਵਿੱਚ ਸਿਰਫ ਅਸੀਂ ਰੀਡ ਹੀ ਕਰਨਾ, ਇਸ ਕਰਕੇ ਸਾਨੂੰ ਉਹਦੇ ਲਈ ਸਪੈਸੀਫਾਈ ਕਰਨ ਦੀ ਜ਼ਰੂਰਤ ਨਹੀਂ ਹੈਗੀ। ਬਾਕੀ ਜਿਹੜੀ ਇਹ ਬਲੌਕ ਡਾਇਗਰਾਮ ਉਹ ਸੇਮ ਹੀ ਹੈਗੀ ਹੈ। ਜਿਹੜੀ ਰੋਮ ਹੈਗੀ ਹੈ ਉਹਦੀਆਂ 3 ਟਾਈਪਸ ਹੈਗੀਆਂ ਨੇ। ਇੱਕ ਤੇ ਜਿਹੜੀ ਰੋਮ ਜਿਹਨੂੰ ਅਸੀਂ ਫੈਕਟਰੀ ਪ੍ਰੋਗਰਾਮਡ ਰੋਮ ਕਹਿੰਦੇ ਆ, ਉਹ ਫੈਕਟਰੀ ਪ੍ਰੋਗਰਾਮ ਰੋਮ ਹੁੰਦੀ ਹੈ ਜਿਹੜੀ ਅਸੀਂ ਫੈਕਟਰੀ ਦੇ ਵਿੱਚੋਂ ਹੀ ਪ੍ਰੋਗਰਾਮਿੰਗ ਹੋ ਕੇ ਆਉਂਦੀ ਹੈ। ਸੋ ਪ੍ਰੋਗਰਾਮਿੰਗ ਜਿਹੜੀ ਰੋਮ ਦੀ ਅਸੀਂ ਉਹਨੂੰ ਕਹਿੰਦੇ ਆ, ਜਿਹੜਾ ਅਸੀਂ ਡਾਟਾ ਸਟੋਰ ਕਰਵਾਉਂਦੇ ਆ ਰੋਮ ਦੇ ਵਿੱਚ, ਉਹਨੂੰ ਅਸੀਂ ਕਹਿੰਦੇ ਆ ਰੋਮ ਦੀ ਪ੍ਰੋਗਰਾਮਿੰਗ ਕਰਨਾ। ਸੋ ਜਿਹੜੀ ਫੈਕਟਰੀ ਪ੍ਰੋਗਰਾਮ ਰੋਮ ਹੁੰਦੀ ਹੈ ਉਹ ਬਣੀ ਬਣਾਈ ਹੀ ਫੈਕਟਰੀ ਦੇ ਵਿੱਚੋਂ ਪ੍ਰੋਗਰਾਮ ਹੋ ਕੇ ਆਉਂਦੀ ਹੈ। ਉਸ ਤੋਂ ਇਲਾਵਾ ਜਿਹੜੀ ਅਸੀਂ ਪ੍ਰੋਗਰਾਮੇਬਲ ਰੋਮ ਹੈਗੀ ਹੈ ਜਿਹਨੂੰ ਅਸੀਂ ਬਾਅਦ ਦੇ ਵਿੱਚ ਪ੍ਰੋਗਰਾਮ ਕਰ ਸਕਦੇ ਹਾਂ, ਸੋ ਉਹਨੂੰ ਅਸੀਂ ਕਹਿ ਦਿੰਦੇ ਹਾਂ ਪ੍ਰੋਗਰਾਮੇਬਲ ਰੋਮ ਜਾਂ PROM ਅਸੀਂ ਉਹਨੂੰ ਕਹਿ ਦਿੰਦੇ ਹਾਂ। ਜਿਹੜੀ PROM ਹੈਗੀ ਹੈ ਉਹਦੀ ਜਿਹੜੀ ਪ੍ਰੋਗਰਾਮਿੰਗ ਹੈ
ਉਹ ਜਿਹੜੀ ਸਪੈਸ਼ਲ ਇਕਵਿਪਮੈਂਟ ਦੇ ਨਾਲ ਜਿਹੜੀ ਆ ਉਹ ਕੀਤੀ ਜਾਂਦੀ ਹੈ, ਜਿਹਨੂੰ ਗੈਂਗ ਪ੍ਰੋਗਰਾਮਰ ਜਾਂ ਗੈਂਗ ਬਰਨਰ ਵੀ ਕਹਿੰਦੇ ਆ। ਉਹਦੇ ਨਾਲ ਹੀ ਹੁੰਦੀ ਹੈ। ਇਹਨੂੰ ਅਸੀਂ ਡਾਟਾ ਜਿਹੜਾ ਸਟੋਰ ਕਰਵਾਉਣ ਦਾ ਪ੍ਰੋਸੀਜਰ ਹੈ ਉਹ ਇੰਨਾ ਸਿੰਪਲ ਨਹੀਂ ਹੈਗਾ। ਸੋ ਇਹਨੂੰ ਸਪੈਸ਼ਲ ਇਕਵਿਪਮੈਂਟ ਚਾਹੀਦਾ ਵਾ ਡਾਟਾ ਇਹਦੇ ਵਿੱਚ ਸਟੋਰ ਕਰਵਾਉਣ ਵਾਸਤੇ। ਸੋ ਯੂਜੂਅਲੀ ਜਿਹੜੀ ਇਹ ਪੀਰੂਮ ਹੈਗੀ ਆ, ਉਹ ਜਦੋਂ ਅਸੀਂ ਇਨੀਸ਼ੀਅਲੀ ਬਲੈਂਕ ਹੋਏਗੀ ਤੇ ਉਹਦੇ ਵਿੱਚ ਅਸੀਂ ਡਾਟਾ ਜਿਹੜਾ ਵਾ ਫਿਲ ਕਰਦੇ ਹਾਂ। ਸੋ ਬਲੈਂਕ ਜਿਹੜੀ ਰੋਮ ਹੁੰਦੀ ਆ ਉਹਦੇ ਵਿੱਚ ਸਾਰੇ ਹੀ ਕਨੈਕਸ਼ਨਸ ਜਿਹੜੇ ਨੇ ਉਹ ਕਨੈਕਟਡ ਹੁੰਦੇ ਨੇ। ਸੋ ਜਿਹੜੇ ਵੀ ਅਸੀਂ ਕਨੈਕਸ਼ਨਸ ਜਿਹੜੇ ਨੇ ਕਨੈਕਟਡ, ਉਹਨੂੰ ਅਸੀਂ 1 ਰੀਡ ਕਰਦੇ ਹਾਂ। ਸੋ ਜਿਹੜੇ ਅਸੀਂ 0 ਸਟੋਰ ਕਰਵਾਉਣਾ ਹੁੰਦਾ ਵਾ, ਉਹ ਵਾਲੇ ਅਸੀਂ ਕਨੈਕਸ਼ਨ ਜਿਹੜੇ ਨੇ ਉਹਨਾਂ ਨੂੰ ਅਸੀਂ ਕਨੈਕਸ਼ਨ ਬ੍ਰੇਕ ਕਰਕੇ ਉੱਥੇ 0 ਸਟੋਰ ਕਰਵਾ ਦਿੰਦੇ। ਸੋ ਜਿਹੜਾ ਕਨੈਕਸ਼ਨ ਜਿਹੜਾ ਅਸੀਂ ਬ੍ਰੇਕ ਕਰਦੇ ਉਹਨੂੰ ਹੀ ਕਹਿੰਦੇ ਆ ਕਿ ਉੱਥੇ ਅਸੀਂ ਉਹਨੂੰ ਬਰਨ ਕਰ ਦਿੱਤਾ ਹੈ ਉਸ ਕਨੈਕਸ਼ਨ ਨੂੰ। ਸੋ ਉਹਨੂੰ ਅਸੀਂ ਇਸ ਕਰਕੇ ਬਰਨਿੰਗ ਵੀ ਕਹਿ ਦਿੰਦੇ ਹਾਂ ਇਸ ਪ੍ਰੋਸੈਸ ਨੂੰ। ਸੋ ਜਿਹੜੇ ਵੀ ਪਾਰਟਸ ਦੇ ਵਿੱਚ, ਜਿਹੜੇ ਮੈਮਰੀ ਸੈਲਸ ਦੇ ਵਿੱਚ ਅਸੀਂ 0 ਸਟੋਰ ਕਰਵਾਉਣਾ ਹੁੰਦਾ, ਉਹ ਵਾਲੇ ਕਨੈਕਸ਼ਨ ਅਸੀਂ ਬਰਨ ਕਰਕੇ ਉਹਦੇ 0 ਸਟੋਰ ਕਰਵਾ ਦਿੰਦੇ। ਇਨੀਸ਼ੀਅਲੀ ਸਾਰੇ ਹੀ ਮੈਮਰੀ ਸੈਲ ਜਿਹੜੇ ਨੇ ਉਹ 1 ਸਟੋਰ ਕਰਕੇ ਰੱਖਦੇ ਨੇ। ਜਿਹੜੀ EPROM ਹੈਗੀ ਹੈ ਉਹਨੂੰ ਅਸੀਂ ਕਹਿੰਦੇ ਇਰੇਜ਼ੇਬਲ ਪ੍ਰੋਗਰਾਮੇਬਲ ਰੋਮ। ਸੋ ਇਰੇਜ਼ੇਬਲ ਪ੍ਰੋਗਰਾਮੇਬਲ ਰੋਮ ਦੇ ਵਿੱਚ ਕੀ ਡਿਫਰੈਂਸ ਹੈਗਾ ਹੈ PROM ਦੇ ਨਾਲੋਂ, ਕਿ ਇਹਨੂੰ ਅਸੀਂ ਇਰੇਜ਼ ਵੀ ਕਰ ਸਕਦੇ ਹਾਂ ਪ੍ਰੋਗਰਾਮ ਕਰਨ ਦੇ ਬਾਅਦ। ਜਿਹੜੀ ਸਾਡੀ PROM ਹੈਗੀ ਹੈ ਉਹਨੂੰ ਅਸੀਂ ਇੱਕ ਵਾਰੀ ਜੇ ਅਸੀਂ ਪ੍ਰੋਗਰਾਮਿੰਗ ਉਹਦੀ ਕਰ ਦਿੰਦੇ ਹਾਂ, ਉਹਦੇ ਵਿੱਚ ਜਿਹੜਾ ਅਸੀਂ ਡਾਟਾ ਇੱਕ ਵਾਰੀ ਭਰ ਦਿੰਦੇ ਹਾਂ, ਉਸ ਤੋਂ ਬਾਅਦ ਉਹਦੇ ਵਿੱਚ ਡਾਟਾ ਜਿਹੜਾ ਆ ਉਹ ਅਸੀਂ ਚੇਂਜ ਨਹੀਂ ਕਰ ਸਕਦੇ, ਇਰੇਜ਼ ਨਹੀਂ ਕੀਤਾ ਜਾ ਸਕਦਾ। ਪਰ ਜਿਹੜੀ ਇਰੇਜ਼ੇਬਲ ਪ੍ਰੋਗਰਾਮੇਬਲ ਰੋਮ ਹੈ ਉਹਦੇ ਵਿੱਚ ਅਸੀਂ ਡਾਟਾ ਜਿਹੜਾ ਵਾ ਉਹ ਇਰੇਜ਼ ਕਰ ਸਕਦੇ ਹਾਂ। ਸੋ ਉਹਦੇ ਲਈ ਇਹਦੇ ਵਿੱਚ ਡਾਟਾ ਇਰੇਜ਼ ਕਰਨ ਵਾਸਤੇ ਵੀ ਸਾਨੂੰ ਸਪੈਸ਼ਲ ਇਕਵਿਪਮੈਂਟ ਚਾਹੀਦਾ ਹੁੰਦਾ ਹੈ। ਠੀਕ ਹੈ ਜੀ। ਸੋ ਇਹਦੇ ਵਿੱਚ ਵਾਸਤੇ ਜਿਹੜਾ EPROM ਹੈ ਉਹਨਾਂ ਦੇ ਜਿਹੜੀ ਕੰਸਟਰਕਸ਼ਨ ਹੈ ਉਹ ਥੋੜੀ ਡਿਫਰੈਂਟ ਹੈਗੀ ਹੈ। ਸੋ ਉਹਦੇ ਵਿੱਚ ਕੀ ਹੁੰਦਾ ਹੈ, EPROM ਦੇ ਵਿੱਚ ਜਿਹੜੇ ਅਸੀਂ ਟੈਕਨੋਲੋਜੀ ਯੂਜ਼ ਕਰਦੇ ਹਾਂ ਉਹਦੇ ਵਿੱਚ ਜਿਹੜੇ ਟਰਾਂਜ਼ਿਸਟਰ ਯੂਜ਼ ਹੁੰਦੇ ਨੇ ਉਹ MOSFET ਟੈਕਨੋਲੋਜੀ ਅਸੀਂ ਯੂਜ਼ ਕਰਦੇ ਹਾਂ। ਟਰਾਂਜ਼ਿਸਟਰ ਜਿਹੜੇ ਨੇ ਉਹ ਅਲੱਗ-ਅਲੱਗ ਤਰੀਕੇ ਦੇ ਹੁੰਦੇ ਨੇ, BJTs, MOSFETs। ਠੀਕ ਹੈ ਜੀ। ਸੋ ਜਿਹੜੇ MOSFET ਟਾਈਪ ਦੇ ਹੁੰਦੇ ਨੇ ਉਹ ਫਲੋਟਿੰਗ ਗੇਟ, ਉਹਨਾਂ ਵਿੱਚ ਅਸੀਂ ਇਹਨੂੰ ਕਹਿੰਦੇ ਫਲੋਟਿੰਗ ਗੇਟ ਦਾ ਮਤਲਬ ਹੁੰਦਾ ਕਿ ਇਹਦੇ ਵਿੱਚ ਇਨੀਸ਼ੀਅਲੀ ਜਿਹੜਾ ਹੈ ਉਹ ਸਾਰੇ 0 ਹੀ ਸਟੋਰ ਹੁੰਦੇ ਨੇ। ਸੋ ਇਹਦੇ ਵਿੱਚ ਜਦੋਂ ਅਸੀਂ ਡਾਟਾ ਸਟੋਰ ਕਰਵਾਉਂਦੇ ਹਾਂ ਤੇ ਉਦੋਂ ਅਸੀਂ ਇਹਦੇ ਵਿੱਚ 1 ਸਟੋਰ ਕਰਵਾਉਂਦੇ ਹਾਂ। ਠੀਕ ਹੈ ਨਾ। ਸੋ ਇਹ 'ਚ ਕਨੈਕਸ਼ਨ ਜਿਹੜੇ ਨੇ ਓਪਨ ਹੁੰਦੇ ਨੇ, ਕਿ ਕਨੈਕਟਡ ਨਹੀਂ ਹੁੰਦੇ, ਜਿਸ ਤਰ੍ਹਾਂ ਕਿ ਸਾਡੀ ਪ੍ਰੋਗਰਾਮੇਬਲ PROM ਦੇ ਵਿੱਚ ਹੁੰਦੇ ਸੀਗੇ। ਸੋ ਇਹਦੇ ਵਿੱਚ ਕਨੈਕਸ਼ਨ ਜਿਹੜੇ ਕਨੈਕਟਡ ਨਹੀਂ ਹੁੰਦੇ, ਕਿਸੇ ਕਨੈਕਸ਼ਨਸ ਅਸੀਂ ਕਨੈਕਟ ਕਰਦੇ ਹਾਂ ਬਾਅਦ ਵਿੱਚ ਜਦੋਂ ਅਸੀਂ ਪ੍ਰੋਗਰਾਮਿੰਗ ਕਰਦੇ ਹਾਂ। ਜਦੋਂ ਅਸੀਂ ਇਹਦਾ ਡਾਟਾ ਇਰੇਜ਼ ਕਰਨਾ ਹੁੰਦਾ ਹੈ ਤੇ ਅਸੀਂ ਜਿਹੜੇ ਉਹ ਕਨੈਕਸ਼ਨਸ ਜਿਹੜੇ ਕਨੈਕਟ ਕੀਤੇ ਹੁੰਦੇ ਆ ਉਹਨਾਂ ਨੂੰ ਦੁਬਾਰਾ ਡਿਸਕਨੈਕਟ ਕਰਨਾ ਹੁੰਦਾ ਹੈ। ਸੋ ਉਹਦੇ ਨੂੰ ਡਿਸਕਨੈਕਟ ਕਰਨ ਦਾ ਜਿਹੜਾ ਪਰਪਸ ਹੈ, ਉਹਦਾ ਪ੍ਰੋਸੈਸ ਹੈ ਸੌਰੀ, ਉਹ ਕੀ ਹੈਗਾ ਹੈ ਕਿ ਅਸੀਂ ਅਲਟਰਾਵਾਇਲਟ ਲਾਈਟ ਜਿਹੜੀ ਯੂਜ਼ ਕਰਦੇ ਹਾਂ, ਕਿ ਜਿਹੜੇ ਕਨੈਕਸ਼ਨਸ ਇਹਦੇ ਵਿੱਚ ਅਸੀਂ ਬਣਾਏ ਹੁੰਦੇ ਨੇ, ਇਲੈਕਟ੍ਰੋਨਸ ਜਿਹੜੇ ਸਟੋਰ ਕਰਵਾਏ ਹੁੰਦੇ ਨੇ ਉਹਨਾਂ ਨੂੰ ਅਸੀਂ ਐਸਕੇਪ ਕਰਵਾਉਣਾ ਹੁੰਦਾ ਹੈ। ਸੋ ਉਹਦੇ ਲਈ ਅਸੀਂ ਇਲੈਕਟ੍ਰੋਨਸ ਨੂੰ ਐਕਸਾਈਟ ਕਰਦੇ ਹਾਂ ਅਲਟਰਾਵਾਇਲਟ ਲਾਈਟ ਦੇ ਥਰੂ, ਤੇ ਉਹ ਇਲੈਕਟ੍ਰੋਨ ਜਦੋਂ ਉੱਥੋਂ ਐਸਕੇਪ ਕਰ ਦਿੰਦੇ ਆ ਗੇਟ ਦੇ ਵਿੱਚੋਂ, ਤੇ ਉਹ ਕਨੈਕਸ਼ਨ ਜਿਹੜੇ ਨੇ ਉਹ ਦੁਬਾਰਾ ਓਪਨ ਹੋ ਜਾਂਦੇ, ਤੇ ਹੁਣ ਅਸੀਂ ਕਹਿ ਦਿੰਦੇ ਕਿ ਜਿਹੜੀ ਸਾਡੀ ਰੋਮ ਹੈ ਉਹ ਬਲੈਂਕ ਹੋ ਜਾਏਗੀ। ਪਰ ਜਿਹੜੀ ਇਹਨੂੰ ਇਰੇਜ਼ ਕਰਨ ਦੇ ਵੀ ਕੁਝ ਲਿਮਿਟ ਹੁੰਦੀ ਹੈ। ਅਸੀਂ ਬਾਰ-ਬਾਰ ਜਿਹਨੂੰ ਅਨਲਿਮਿਟਿਡ ਟਾਈਮਸ ਵਾਸਤੇ ਇਹਨੂੰ ਇਰੇਜ਼ ਨਹੀਂ ਕਰ ਸਕਦੇ। ਕੁਝ ਲਿਮਿਟਿਡ ਇਰੇਜ਼ਨਸ ਹੀ ਅਸੀਂ ਆਪਾਂ ਪਰਫਾਰਮ ਕਰ ਸਕਦੇ ਹਾਂ। ਜ਼ਿਆਦਾ ਇਰੇਜ਼ ਕਰਨ ਤੇ ਦੁਬਾਰਾ ਪ੍ਰੋਗਰਾਮ ਕਰਨ ਤੇ ਜਿਹੜੀ ਰੋਮ ਹੈ ਜਿਹੜੀ ਉਹ ਡੈਮੇਜ ਵੀ ਹੋ ਸਕਦੀ। ਸੋ ਲਿਮਿਟਿਡ ਨੰਬਰ ਹੈਗਾ ਕਿ ਕਿੰਨੀ ਵਾਰੀ ਅਸੀਂ ਇਹਨੂੰ ਇਰੇਜ਼ ਕਰਕੇ ਦੁਬਾਰਾ ਪ੍ਰੋਗਰਾਮ ਕੀਤਾ ਜਾ ਸਕਦਾ। ਨੈਕਸਟ ਟਾਈਪ ਜਿਹੜੀ ਹੈਗੀ ਉਹ ਹੈਗੀ ਇਲੈਕਟ੍ਰੀਕਲੀ ਇਰੇਜ਼ੇਬਲ ਪ੍ਰੋਗਰਾਮੇਬਲ ਰੋਮ। ਸੋ ਇਹਦੇ ਵਿੱਚ ਅਸੀਂ ਜਿਹੜਾ ਇਰੇਜ਼ ਕਰਨ ਦਾ ਪ੍ਰੋਸੈਸ ਹੈ ਉਹ ਵਿੱਚ ਡਿਫਰੈਂਟ ਹੋ ਜਾਂਦਾ ਹੈ। ਸੋ ਉਹਦੇ ਵਿੱਚ ਸਾਨੂੰ ਅਲਟਰਾਵਾਇਲਟ ਲਾਈਟ ਜਿਹੜੀ ਆ ਉਹ ਯੂਜ਼ ਕਰਕੇ ਅਸੀਂ ਰੋਮ ਨੂੰ ਇਰੇਜ਼ ਕਰਦੇ ਹਾਂ। ਇਹਦੇ ਵਿੱਚ ਹੁਣ ਅਸੀਂ ਇਲੈਕਟ੍ਰੀਕਲੀ ਹੀ ਜਿਹੜਾ ਆ ਉਹਨੂੰ ਅਸੀਂ ਡਾਟਾ ਜਿਹੜਾ ਵਾ ਉਹ ਰਿਮੂਵ ਕੀਤਾ ਜਾ ਸਕਦਾ। ਇਸ ਕਰਕੇ ਇਹਦੇ ਵਿੱਚ ਸਾਨੂੰ ਰੋਮ ਜਿਹੜੀ ਆ ਉਹ ਸਰਕਟ ਦੇ ਵਿੱਚੋਂ ਕੱਢ ਕੇ ਉਹਨੂੰ ਸੈਪਰੇਟ ਇਕਵਿਪਮੈਂਟ ਦੇ ਨਾਲ ਇਰੇਜ਼ ਕਰਨ ਦੀ ਜ਼ਰੂਰਤ ਨਹੀਂ ਪੈਂਦੀ ਹੈਗੀ। ਇਹਨੂੰ ਅਸੀਂ ਰੋਮ ਨੂੰ ਰਿਮੂਵ ਕਰਨ ਦੀ ਜ਼ਰੂਰਤ ਨਹੀਂ ਹੁੰਦੀ, ਜਿੱਥੇ ਰੋਮ ਅਟੈਚ ਹੈਗੀ ਆ ਉੱਥੇ ਹੀ ਉਹਨੂੰ ਇਲੈਕਟ੍ਰੀਕਲੀ ਇਰੇਜ਼ ਕੀਤਾ ਜਾ ਸਕਦਾ। ਪਰ ਇਹਦੇ ਵਿੱਚ ਵੀ ਜਿਹੜੀ ਇਰੇਜ਼ਰਸ ਨੇ ਉਹਨਾਂ ਦਾ ਜਿਹੜੀ ਨੰਬਰ ਹੈ ਉਹ ਲਿਮਿਟਡ ਹੀ ਹੈਗਾ, ਤੁਸੀਂ ਬਾਰ-ਬਾਰ ਜਿਹੜਾ ਉਹਨੂੰ ਇਰੇਜ਼ ਨਹੀਂ ਕਰ ਸਕਦੇ। ਨੈਕਸਟ ਅਸੀਂ ਦੇਖਦੇ ਹਾਂ ਰੈਮਸ ਤੇ ਰੋਮਸ ਦੇ ਵਿੱਚ ਡਿਫਰੈਂਸਿਸ ਕੀ ਹੈਗੇ ਨੇ। ਸੋ ਜਿਹੜੇ ਫੈਕਟਰਸ ਸਾਈਡ 'ਤੇ ਲਿਖੇ ਹੋਏ ਨੇ ਤੇ ਰੈਮ ਤੇ ਰੋਮ ਦੇ ਵਿੱਚ ਡਿਫਰੈਂਸ ਇੱਕ ਸਾਈਡ 'ਤੇ ਲਿਖੇ ਹੋਏ ਨੇ। ਸੋ ਜਿਹੜਾ ਉਹਨਾਂ ਦੇ ਨੇਚਰ ਆਫ ਵਰਕਿੰਗ ਹੈ ਉਹ ਆਲਰੇਡੀ ਆਪਾਂ ਗੱਲ ਕਰ ਚੁੱਕੇ ਹਾਂ ਕਿ ਰੈਮ ਜਿਹੜੀਆਂ ਨੇ ਵੋਲੇਟਾਈਲ ਮੈਮੋਰੀਜ਼ ਨੇ, ਰੋਮ ਜਿਹੜੀਆਂ ਨੇ ਉਹ ਨਾਨ ਵੋਲੇਟਾਈਲ ਮੈਮੋਰੀਜ਼ ਹੈ। ਤੇ ਜੇ ਅਸੀਂ ਸਪੀਡ ਦੀ ਗੱਲ ਕਰੀਏ ਤਾਂ ਰੈਮ ਜਿਹੜੀਆਂ ਨੇ ਉਹ ਫਾਸਟ ਹੁੰਦੀਆਂ ਨੇ ਤੇ ਰੋਮ ਜਿਹੜੀਆਂ ਨੇ ਉਹ ਉਨੀਆਂ ਫਾਸਟ ਨਹੀਂ ਹੈਗੀਆਂ। ਸਟੋਰੇਜ ਕੈਪੈਸਿਟੀ ਰੈਮ ਦੀ ਜ਼ਿਆਦਾ ਹੋਏਗੀ
ਰੋਮ ਦੇ ਨਾਲੋਂ, ਕਿਉਂਕਿ ਜਿਹੜੀਆਂ ਰੈਮ ਨੇ ਉਹ ਰੀਡ ਰਾਈਟ ਮੈਮਰੀਜ਼ ਹੈਗੀਆਂ ਨੇ, ਇਹਦੇ ਵਿੱਚ ਡਾਟਾ ਅਸੀਂ ਦੁਬਾਰਾ ਰੀਡ ਕਰਕੇ ਕਈ ਵਾਰੀ ਰਾਈਟ ਕਰ ਸਕਦੇ ਹਾਂ। ਸੋ ਇਹਦੇ ਵਿੱਚ ਅਸੀਂ ਜ਼ਿਆਦਾ ਕਪੈਸਿਟੀ ਦਾ ਡਾਟਾ ਜਿਹੜਾ ਸਟੋਰ ਕਰਵਾ ਸਕਦੇ ਹਾਂ। ਰੋਮ ਜਿਹੜੀਆਂ ਨੇ, ਕਿਉਂਕਿ ਉਹਨਾਂ ਨੇ ਇਹੋ ਜਿਹਾ ਡਾਟਾ ਹੀ ਸਟੋਰ ਕਰਵਾਉਣਾ ਹੁੰਦਾ ਹੈ ਕਿ ਜਿਹੜਾ ਬਾਰ-ਬਾਰ ਚੇਂਜ ਨਾ ਕਰਨ ਵਾਲਾ ਹੋਵੇ, ਇਸ ਕਰਕੇ ਯੂਜਲੀ ਬਹੁਤ ਹੀ ਘੱਟ ਹੀ ਇਹਨਾਂ ਵਿੱਚ ਡਾਟਾ ਅਸੀਂ ਸਟੋਰ ਕਰਵਾ ਕੇ ਰੱਖਦੇ ਹਾਂ। ਜਿਹੜੀ ਰੈਮ ਹੈਗੀ ਹੈ ਉਹ ਰਿਲੇਟਿਵਲੀ ਰੋਮ ਦੇ ਨਾਲੋਂ ਜ਼ਿਆਦਾ ਐਕਸਪੈਂਸਿਵ ਹੁੰਦੀ ਹੈ। ਡਾਟਾ ਜਿਹੜਾ ਰੈਮ ਦੇ ਵਿੱਚ ਜਿੰਨੀ ਵਾਰੀ ਮਰਜ਼ੀ ਅਸੀਂ ਆਲਟਰ ਕਰ ਸਕਦੇ ਹਾਂ। ਰੋਮ ਦੇ ਵਿੱਚ ਅਸੀਂ ਯੂਜਲੀ ਤੇ ਨਹੀਂ ਕਰ ਸਕਦੇ, ਪਰ ਜੇ ਕਰ ਸਕਦੇ ਵੀ ਹੋਈਏ ਤੇ ਉਹ ਬਹੁਤ ਹੀ ਲਿਮਿਟਡ ਨੰਬਰ ਆਫ ਟਾਈਮਸ ਅਸੀਂ ਆਲਟਰੇਸ਼ਨਸ ਕਰ ਸਕਦੇ ਹਾਂ। ਬਾਰ-ਬਾਰ ਜਿੰਨੀ ਵਾਰੀ ਮਰਜ਼ੀ ਚਾਹੀਏ ਅਸੀਂ ਆਲਟਰ ਜਿਹੜਾ ਵਾ ਉਹਦਾ ਕੰਟੈਂਟ ਨਹੀਂ ਕਰ ਸਕਦੇ ਹੈਗੇ। ਜਿਹੜੀ ਰੈਮ ਹੈਗੀ ਹੈ ਉਹ ਤੁਹਾਡੀ ਮੇਨ ਮੈਮਰੀ ਦੇ ਤੌਰ ਤੇ CPU ਦੇ ਵਿੱਚ ਯੂਜ਼ ਹੁੰਦੀ ਹੈ, ਤੇ ਜਿਹੜੀ ਰੋਮ ਹੈ ਉਹ ਯੂਜਲੀ ਬੂਟਿੰਗ ਪ੍ਰੋਗਰਾਮ ਨੂੰ ਸਟੋਰ ਕਰਨ ਵਾਸਤੇ ਜਾਂ ਬਾਇਓਸ ਵਾਸਤੇ ਹੀ ਯੂਜ਼ ਕੀਤੀ ਜਾਂਦੀ ਹੈ। ਹੁਣ ਅਸੀਂ ਦੇਖਦੇ ਹਾਂ ਡਿਫਰੈਂਸਿਸ ਰੈਮ ਦੀਆਂ ਜਿਹੜੀਆਂ ਦੋ ਟਾਈਪਸ ਹੈਗੀਆਂ ਨੇ, ਸਟੈਟਿਕ ਰੈਮ ਤੇ ਡਾਇਨਾਮਿਕ ਰੈਮ, ਉਹਨਾਂ ਦੇ ਵਿੱਚ ਡਿਫਰੈਂਸਿਸ ਦੇਖਦੇ ਹਾਂ। ਸੋ ਜਿਹੜੀ ਸਟੈਟਿਕ ਰੈਮ ਹੈ ਉਹਦੇ ਵਿੱਚ ਚਾਰਜ ਲੀਕੇਜ ਜਿਹੜੀ ਆ ਉਹ ਨਹੀਂ ਹੁੰਦੀ ਹੈਗੀ, ਪਰ ਡਾਇਨਾਮਿਕ ਰੈਮ ਦੇ ਵਿੱਚ ਚਾਰਜ ਲੀਕੇਜ ਜਿਹੜੀ ਆ ਉਹ ਕਾਫੀ ਹੁੰਦੀ ਹੈ। ਇਸ ਕਰਕੇ ਸਾਨੂੰ ਡਾਟਾ ਜਿਹੜਾ ਵਾ ਉਹ ਰੀਫਰੈਸ਼ ਕਰਨਾ ਪੈਂਦਾ ਵਾ। ਸੋ ਡਾਟਾ ਰੀਫਰੈਸ਼ ਕਰਨ ਦੀ ਸਟੈਟਿਕ ਰੈਮ 'ਚ ਜ਼ਰੂਰਤ ਨਹੀਂ ਹੁੰਦੀ, ਇਸ ਕਰਕੇ ਸਪੀਡ ਜਿਹੜੀ ਉਹਦੀ ਕਾਫੀ ਫਾਸਟ ਹੁੰਦੀ ਹੈ। ਡਾਇਨਾਮਿਕ ਰੈਮ 'ਚ ਡਾਟਾ ਰੀਫਰੈਸ਼ ਕਰਨ ਕਰਕੇ ਸਪੀਡ ਜਿਹੜੀ ਉਹ ਰਿਲੇਟਿਵਲੀ ਸਲੋ ਹੁੰਦੀ ਹੈ। ਸੋ ਪਾਵਰ ਕੰਜ਼ੰਪਸ਼ਨ ਜਿਹੜੀ ਸਟੈਟਿਕ ਰੈਮ ਦੇ ਵਿੱਚ ਘੱਟ ਹੁੰਦੀ ਹੈ, ਕਿਉਂਕਿ ਇਹਦੇ ਵਿੱਚ ਇੱਕ ਵਾਰੀ ਪਾਵਰ ਸਪਲਾਈ ਦੇਣ ਤੋਂ ਬਾਅਦ ਦੁਬਾਰਾ ਡਾਟਾ ਰੀਫਰੈਸ਼ ਕਰਨ ਦੀ ਜ਼ਰੂਰਤ ਨਹੀਂ ਪੈਂਦੀ। ਤੇ ਡਾਇਨਾਮਿਕ ਰੈਮ ਦੇ ਵਿੱਚ ਕਿਉਂਕਿ ਡਾਟਾ ਬਾਰ-ਬਾਰ ਰੀਫਰੈਸ਼ ਕਰਨਾ ਪੈਂਦਾ, ਇਸ ਕਰਕੇ ਉਹਦੇ ਵਿੱਚ ਸਾਨੂੰ ਪਾਵਰ ਕੰਜ਼ੰਪਸ਼ਨ ਜਿਹੜੀ ਹੈ ਉਹ ਜ਼ਿਆਦਾ ਹੁੰਦੀ ਹੈ। ਜਿਹੜੀ ਕਾਸਟ ਹੈ ਉਹ ਸਟੈਟਿਕ ਰੈਮ ਦੀ ਜ਼ਿਆਦਾ ਹੈ, ਉਹ ਫਾਸਟ ਤਾਂ ਹੈਗੀ ਹੈ ਪਰ ਉਹਦੀ ਕਾਸਟ ਜਿਹੜੀ ਹੈ ਉਹ ਜ਼ਿਆਦਾ ਹੈਗੀ ਹੈ ਡਾਇਨਾਮਿਕ ਰੈਮ ਨਾਲੋਂ। ਇਸ ਕਰਕੇ ਇਹ ਜਿਹੜੀ ਡਾਇਨਾਮਿਕ ਰੈਮ ਹੈ ਉਹ ਥੋੜ੍ਹੀ ਸਸਤੀ ਹੈ ਪਰ ਉਹ ਸਲੋ ਹੈਗੀ ਹੈ। ਜਿਹੜੀ ਮੈਮਰੀ ਸੈਲਸ ਦੀ ਡੈਂਸਿਟੀ ਹੁੰਦੀ ਹੈ, ਠੀਕ ਹੈ ਜੀ, ਉਹ ਡਾਇਨਾਮਿਕ ਰੈਮ ਦੇ ਵਿੱਚ ਜ਼ਿਆਦਾ ਹੁੰਦੀ ਹੈ। ਡਾਇਨਾਮਿਕ ਰੈਮ 'ਚ ਕਿਉਂਕਿ ਜੀ ਮੈਮਰੀ ਸੈਲ ਨੰਬਰ ਆਫ ਮੈਮਰੀ ਸੈਲਸ ਜਿਹੜੇ ਆ ਉਹ ਜ਼ਿਆਦਾ ਹੁੰਦੇ ਨੇ, ਸਟੈਟਿਕ ਰੈਮ ਦੀ ਕੈਪੈਸਿਟੀ ਜਿਹੜੀ ਹੈ ਉਹ ਘੱਟ ਹੁੰਦੀ ਹੈ, ਇਸ ਕਰਕੇ ਮੈਮਰੀ ਸੈਲ ਦੀ ਡੈਂਸਿਟੀ ਜਿਹੜੀ ਉਹ ਘੱਟ ਹੁੰਦੀ ਹੈ। ਤੇ ਸਟੈਟਿਕ ਰੈਮ ਅਸੀਂ ਕੈਸ਼ ਮੈਮਰੀ ਵਾਸਤੇ ਯੂਜ਼ ਕਰਦੇ ਹਾਂ, ਤੇ ਡਾਇਨਾਮਿਕ ਰੈਮ ਜਿਹੜੀ ਹੈ ਉਹ ਅਸੀਂ ਮੇਨ ਮੈਮਰੀ ਵਾਸਤੇ ਯੂਜਲੀ ਯੂਜ਼ ਕਰਦੇ ਹਾਂ। ਸੋ ਕੈਸ਼ ਮੈਮਰੀ ਕੀ ਹੈਗੀ ਹੈ? ਸੋ ਕੈਸ਼ ਮੈਮਰੀ ਬਾਰੇ ਜੇ ਗੱਲ ਕਰੀਏ ਤਾਂ ਕੈਸ਼ ਮੈਮਰੀ ਦਾ ਕੰਮ ਹੁੰਦਾ ਹੈ ਕੰਪਿਊਟਰ ਦੀ ਪ੍ਰੋਸੈਸਿੰਗ ਜਾਂ ਐਕਸੈਸ ਟਾਈਮ ਜਿਹੜਾ ਵਾ ਉਹ ਓਵਰਆਲ ਜਿਹੜਾ ਐਕਸੈਸ ਟਾਈਮ ਹੈਗਾ ਉਹਨੂੰ ਘਟਾਉਣ, ਠੀਕ ਹੈ। ਸੋ ਇਹਦੇ ਪਰਪਸ ਵਾਸਤੇ ਅਸੀਂ ਜਿਹੜੀ ਹੈ ਉਹ ਕੈਸ਼ ਮੈਮਰੀ ਯੂਜ਼ ਕਰਦੇ ਹਾਂ। ਸੋ ਕੈਸ਼ ਮੈਮਰੀ ਜਿਹੜੀ ਆ ਉਹ ਉਹਦੇ ਵਾਸਤੇ ਅਸੀਂ ਸਟੈਟਿਕ ਰੈਮਸ ਯੂਜ਼ ਕਰਦੇ ਜਿਹੜੀਆਂ ਫਾਸਟ ਹੁੰਦੀਆਂ ਨੇ ਡਾਇਨਾਮਿਕ ਰੈਮਸ ਨਾਲੋਂ, ਠੀਕ ਹੈ ਜੀ। ਸੋ ਇਹਨੂੰ ਅਸੀਂ ਜ਼ਿਆਦਾ ਕਲੋਜ਼ ਰੱਖਦੇ ਹਾਂ ਮੇਨ ਮੈਮਰੀ ਦੇ ਨਾਲੋਂ, ਤਾਂ ਕਿ ਇੱਥੋਂ ਡਾਟਾ ਜਿਹੜਾ ਉਹ CPU ਹੋਰ ਛੇਤੀ ਦੇ ਨਾਲ ਰੀਡ ਕਰ ਸਕੇ। ਸੋ ਸਟੈਟਿਕ ਰੈਮਸ ਕਿਉਂਕਿ ਯੂਜ਼ ਹੁੰਦੀਆਂ ਨੇ ਤੇ ਇਸ ਕਰਕੇ ਕੈਸ਼ ਮੈਮਰੀਜ਼ ਮਹਿੰਗੀਆਂ ਵੀ ਹੁੰਦੀਆਂ ਨੇ, ਤੇ ਕੈਸ਼ ਮੈਮਰੀ ਦੀ ਸਟੋਰੇਜ ਕੈਪੈਸਿਟੀ ਵੀ ਅਸੀਂ ਥੋੜ੍ਹੀ ਹੁੰਦੀ ਹੈ, ਇਸ ਕਰਕੇ ਅਸੀਂ ਬਹੁਤ ਹੀ ਰਿਲੇਟਿਵਲੀ ਘੱਟ ਡਾਟਾ ਜਿਹੜਾ ਹੈ ਉਹ ਕੈਸ਼ ਮੈਮਰੀ ਦੇ ਵਿੱਚ ਸਟੋਰ ਕਰਵਾ ਕੇ ਰੱਖਦੇ ਹਾਂ। ਜੇ ਕੈਸ਼ ਮੈਮਰੀ ਦੀ ਅਰੇਂਜਮੈਂਟ ਦੇਖੀਏ ਤੇ ਜਿਹੜੀ ਇਹ ਪ੍ਰਾਇਮਰੀ ਮੈਮਰੀ ਨਾਲੋਂ ਵੀ ਕਲੋਜ਼ ਜਿਹੜਾ ਹੈ ਉਹ CPU ਦੇ ਹੁੰਦੀ ਹੈ, ਇਸ ਕਰਕੇ ਇਹਨਾਂ ਵਿੱਚ ਐਕਸੈਸ ਟਾਈਮ ਬਹੁਤ ਹੀ ਘੱਟ ਹੁੰਦਾ। ਸੋ ਜਿਹੜਾ ਡਾਟਾ ਅਸੀਂ ਬਾਰ-ਬਾਰ ਰੀਡ ਕਰਨਾ ਹੁੰਦਾ ਉਹ ਅਸੀਂ ਕੈਸ਼ ਮੈਮਰੀ ਦੇ ਵਿੱਚ ਸਟੋਰ ਕਰਵਾਉਂਦੇ ਹਾਂ। ਜਿਹੜਾ ਅਸੀਂ ਫਰੀਕੁਐਂਟ ਯੂਜ਼ ਵਾਲਾ ਡਾਟਾ ਉਹ ਅਸੀਂ ਕੈਸ਼ ਮੈਮਰੀ 'ਚ ਸਟੋਰ ਕਰਵਾਉਂਦੇ ਹਾਂ। ਸੋ ਜਿਹੜੀਆਂ ਚੀਜ਼ਾਂ ਅਸੀਂ ਮੇਨ ਮੈਮਰੀ ਦੇ ਵਿੱਚ ਹੁੰਦੀਆਂ ਨੇ, ਪ੍ਰਾਇਮਰੀ ਮੈਮਰੀ ਦੇ ਵਿੱਚ, ਉਹੀ ਚੀਜ਼ਾਂ ਚੁੱਕ ਕੇ ਅਸੀਂ ਕੈਸ਼ ਮੈਮਰੀ 'ਚ ਪਾਉਂਦੇ ਹਾਂ ਜੇ ਅਸੀਂ ਫਰੀਕੁਐਂਟਲੀ ਉਹਨੂੰ ਯੂਜ਼ ਕਰ ਰਹੀ ਹੋਈਏ, ਤੇ ਬਾਕੀ ਜਿਹੜਾ ਡਾਟਾ ਹੈ ਉਹ ਅਸੀਂ ਮੇਨ ਮੈਮਰੀ ਦੇ ਵਿੱਚ ਹੀ ਰਹਿਣ ਦਿੰਦੇ ਹਾਂ। ਜਿਹੜਾ ਕੈਸ਼ ਮੈਮਰੀ ਦੇ ਵਿੱਚ ਡਾਟਾ ਨੂੰ ਲੱਭਣ ਦਾ ਪ੍ਰੋਸੈਸ ਹੈ ਉਹਦੇ ਵਾਸਤੇ ਅਸੀਂ ਦੋ ਟਰਮਸ ਯੂਜ਼ ਕਰਦੇ ਹਾਂ, ਕੈਸ਼ ਹਿੱਟ ਤੇ ਕੈਸ਼ ਮਿਸ। ਸੋ ਕੈਸ਼ ਹਿੱਟ ਅਸੀਂ ਉਹਨੂੰ ਕਹਿੰਦੇ ਹਾਂ ਜਦੋਂ ਵੀ ਅਸੀਂ ਕੋਈ ਡਾਟਾ CPU ਨੂੰ ਚਾਹੀਦਾ ਹੁੰਦਾ ਹੈ ਤੇ ਉਹ ਕੈਸ਼ ਮੈਮਰੀ ਦੇ ਵਿੱਚ ਜੇ ਉਹਨੂੰ ਦੇਖਦਾ ਕੈਸ਼ ਮੈਮਰੀ ਦੇ ਵਿੱਚ ਜੇ ਉਹਨੂੰ ਡਾਟਾ ਮਿਲ ਜਾਂਦਾ ਤਾਂ ਅਸੀਂ ਉਹਨੂੰ ਕਹਿੰਦੇ ਹਾਂ ਕੈਸ਼ ਹਿੱਟ। ਜੇ ਸਾਨੂੰ CPU ਨੂੰ ਕੈਸ਼ ਮੈਮਰੀ ਦੇ ਵਿੱਚ ਉਹ ਡਾਟਾ ਨਹੀਂ ਮਿਲਦਾ ਤੇ ਅਸੀਂ ਉਹਨੂੰ ਕਹਿ ਦਿੰਦੇ ਹਾਂ ਕੈਸ਼ ਮਿਸ। ਤੋ ਜੇ ਅਸੀਂ ਕੈਸ਼ ਸਾਡੀ ਮਿਸ ਹੁੰਦੀ ਹੈ, ਸੋ ਕੈਸ਼ ਮਿਸ ਹੋਣ 'ਤੇ ਅਸੀਂ ਕੀ ਕਰਦੇ ਹਾਂ, ਜਿਹੜਾ ਰੈਮ ਦੇ ਵਿੱਚੋਂ ਜਾਂ ਪ੍ਰਾਇਮਰੀ ਮੈਮਰੀ ਦੇ ਵਿੱਚੋਂ ਉਹ ਡਾਟਾ ਜਿਹੜਾ ਹੈ ਉਹ ਚੁੱਕ ਕੇ ਅਸੀਂ ਦੁਬਾਰਾ ਕੈਸ਼ ਦੇ ਵਿੱਚ ਰੱਖ ਲੈਂਦੇ ਹਾਂ। ਜੇ ਕੈਸ਼ ਦੇ ਵਿੱਚ ਕੋਈ ਇਹੋ ਜਿਹਾ ਡਾਟਾ ਹੋਵੇ ਜਿਹੜਾ ਅਸੀਂ ਯੂਜ਼ ਨਹੀਂ ਕਰ ਰਹੇ ਤਾਂ ਅਸੀਂ ਉਹਨੂੰ ਕੈਸ਼ ਦੇ ਵਿੱਚੋਂ ਡਿਲੀਟ ਕਰਕੇ ਜਿਹੜਾ ਰੀਸੈਂਟਲੀ ਡਾਟਾ ਐਕਸੈਸ ਕੀਤਾ ਗਿਆ ਉਹਨੂੰ ਕੈਸ਼ ਦੇ ਵਿੱਚ ਅਸੀਂ ਸਟੋਰ ਕਰਵਾ ਲੈਂਦੇ ਹਾਂ। ਸੋ ਇਹ ਕੈਸ਼ ਹਿੱਟ ਜਿਹੜੀ ਹੈ ਉਹ ਡਾਟਾ ਦਾ ਜਦੋਂ ਵੀ ਸਾਨੂੰ ਮਿਲ ਜਾਂਦਾ ਹੈ ਕੈਸ਼ ਮੈਮਰੀ 'ਚ ਉਹਨੂੰ ਕੈਸ਼ ਹਿੱਟ ਕਹਿੰਦੇ ਹਾਂ। ਜਦੋਂ ਵੀ ਸਾਨੂੰ ਡਾਟਾ ਜਿਹੜਾ ਵਾ ਕੈਸ਼ ਮੈਮਰੀ ਦੇ ਵਿੱਚ ਨਹੀਂ ਮਿਲਦਾ ਉਹਨੂੰ ਅਸੀਂ ਕੈਸ਼ ਮਿਸ ਕਹਿੰਦੇ ਹਾਂ। ਸੋ ਇਹ ਅੱਜ ਦੇ ਇਸ ਵੀਡੀਓ ਦੇ ਵਿੱਚ ਅਸੀਂ ਇਹਨਾਂ ਡਿਸਕਸ ਕਰਾਂਗੇ। ਬਾਕੀ ਜਿਹੜਾ ਮੈਮਰੀਜ਼ ਦੇ ਕੁਝ ਕਨਸੈਪਟਸ ਨੇ ਉਹ ਅਸੀਂ ਨੈਕਸਟ ਵੀਡੀਓ 'ਚ ਡਿਸਕਸ ਕਰਾਂਗੇ।